ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਸ਼੍ਰੀ ਸੁਖਮਨੀ ਸਾਹਿਬ ਦੀ 14ਵੀਂ ਅਸ਼ਟਪਦੀ ਦੀ ਚੌਥੀ ਪੌੜੀ ਤੋਂ ਵਿਆਖਿਆ ਸਰਵਣ ਕਰੋ। ਮਹਾਰਾਜ ਫਰਮਾਉਂਦੇ ਹਨ, ਗੁਰ ਪ੍ਰਸਾਦ ਆਪਨ ਆਪ ਸੁਝੈ। ਮਹਾਰਾਜ ਬਚਨ ਕਰਦੇ ਹਨ, ਜਿਸ ਦੇ ਉੱਪਰ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ। ਗੁਰ ਪ੍ਰਸਾਦ ਮਤਲਬ ਗੁਰੂ ਦੀ ਕਿਰਪਾ, ਪ੍ਰਸਾਦ ਦਾ ਮਤਲਬ ਹੁੰਦਾ ਹੈ ਕਿਰਪਾ। ਜਿਸ ਦੇ ਉੱਤੇ ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ ਤੇ ਗੁਰੂ ਦੀ ਕਿਰਪਾ ਸਦਕਾ ਜਿਸ ਨੂੰ ਆਪਣਾ ਆਪ ਸੁੱਝ ਪਵੇ, ਆਪਣਾ ਆਪ ਵੀ ਮੇਰਾ ਸਰੂਪ ਕਿਹੜਾ ਹੈ। ਜਿਵੇਂ ਮਹਾਰਾਜ ਦੇ ਬਚਨ ਹੈ ਨਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਹੇ ਮਨਾ, ਹੇ ਜੀਵ, ਤੂੰ ਤਾਂ ਉਸ ਪਰਮਾਤਮਾ ਦਾ ਸਰੂਪ ਹੈ। ਤੇਰੇ ਤੇ ਵਾਹਿਗੁਰੂ ਦੇ ਵਿੱਚ ਤਾਂ ਕੋਈ ਭੇਦ ਅੰਤਰ ਹੈ ਹੀ ਨਹੀਂ। ਤੇਰਾ ਸਰੂਪ ਉਸ ਪਰਮੇਸ਼ਰ ਵਾਲਾ ਹੈ ਜਿਸ ਦੇ ਵਿੱਚ ਨਾ ਤਾਂ ਜਨਮ ਹੈ ਨਾ ਮਰਨ ਹੈ, ਜਿਹਦੇ ਨਾਮ ਵਿੱਚ ਨਾ ਕੋਈ ਖੁਸ਼ੀ ਹੈ ਨਾ ਗਮ ਹੈ। ਐਸਾ ਤੇਰਾ ਆਪਣਾ ਸਰੂਪ ਹੈ, ਜਿਸ ਨੂੰ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਆਪਣਾ ਆਪ ਸੁੱਝ ਪਵੇ ਵੀ ਮੈਂ ਇਹ ਸਰੀਰ ਨਹੀਂ, ਮੈਂ ਤਾਂ ਇਸ ਸਰੀਰ ਨੂੰ ਧਾਰਨ ਕਰਨ ਵਾਲਾ ਹਾਂ। ਜਿਹਨੂੰ ਆਪਣਾ ਆਪ ਸੁੱਝ ਪਵੇ, ਜਿਵੇਂ ਬਚਨ ਆਉਂਦੇ ਨਾ, ਸਾਧੋ ਇਹੋ ਤਨ ਮਿਥਿਆ ਜਾਨੋ, ਯਾ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ। ਇਸ ਸਰੀਰ ਮਿਥਿਆ ਨਾਸਵੰਤ ਹੈ, ਪਰ ਇਹਦੇ ਅੰਦਰ ਜਿਹੜੀ ਵਾਹਿਗੁਰੂ ਦੀ ਜੋਤ ਹੈ, ਅਸਲ ਦੇ ਵਿੱਚ ਉਹ ਸਤ ਰੂਪ ਹੈ, ਉਹ ਤੇਰਾ ਆਪਣਾ ਸਰੂਪ ਹੈ। ਜਦੋਂ ਬੰਦੇ ਨੂੰ ਇਸ ਗੱਲ ਦੀ ਸੋਝੀ ਆ ਜਾਵੇ, ਫਿਰ ਉਸ ਵਕਤ ਮਹਾਰਾਜ ਕਹਿਣਗੇ ਤਿਸ ਕੀ ਜਾਨਹੁ ਤ੍ਰਿਸ਼ਨਾ ਬੁਝੈ। ਤੇ ਮਹਾਰਾਜ ਕਹਿਣਗੇ ਉਸ ਗੁਰਮੁਖ ਦੀ ਜਾਣ ਲਓ ਵੀ ਤ੍ਰਿਸ਼ਨਾ ਬੁਝ ਜਾਂਦੀ ਹੈ। ਫਿਰ ਨਾ ਉਹਦੇ ਅੰਦਰ ਕਿਸੇ ਪਦਾਰਥਾਂ ਦੇ ਭੋਗਾਂ ਦੀ ਇੱਛਾ ਰਹਿ ਜਾਂਦੀ ਹੈ, ਨਾ ਦੁਨਿਆਵੀ ਰੰਗ ਤਮਾਸ਼ੇ ਦੇਖਣ ਦੀ ਇੱਛਾ ਰਹਿ ਜਾਂਦੀ ਹੈ, ਨਾ ਦੁਨਿਆਵੀ ਆ ਬੋਲਾਂ ਨੂੰ ਸੁਣਨ ਦੀ ਅੰਦਰ ਇੱਛਾ ਰਹਿ ਜਾਂਦੀ ਹੈ, ਨਾ ਜ਼ਬਾਨ ਦੇ ਰਸਾਂ ਦੀ ਇੱਛਾ ਰਹਿ ਜਾਂਦੀ। ਉਹਦੇ ਅੰਦਰ ਦੀ ਤ੍ਰਿਸ਼ਨਾ ਮਿਟ ਜਾਂਦੀ, ਖਤਮ ਹੋ ਜਾਂਦੀ। ਜਿਹੜਾ ਮਨ ਦਾ ਅਤ੍ਰਿਪਤ ਰਹਿਣਾ, ਇਹਨੂੰ ਤ੍ਰਿਸ਼ਨਾ ਕਹਿੰਦੇ। ਜਿਹੜਾ ਮਨ ਸੈਟਿਸਫਾਈ ਹੋ ਨਾ ਹੋਣਾ, ਇਹਨੂੰ ਤ੍ਰਿਸ਼ਨਾ ਕਹਿ ਦਿੰਦੇ। ਉਹਦੀ ਤ੍ਰਿਸ਼ਨਾ ਬੁੱਝ ਜਾਂਦੀ, ਜਿਸ ਨੂੰ ਆਪਣੇ ਆਪ ਦੇ ਸਰੂਪ ਦਾ ਗਿਆਨ ਹੋ ਜਾਂਦਾ ਹੈ। ਅੱਗੇ ਮਹਾਰਾਜ ਬਚਨ ਕਰਦੇ ਹਨ, ਸਾਧ ਸੰਗ ਹਰ ਹਰ ਜਸ ਕਹਿਤ। ਮਹਾਰਾਜ ਕਹਿਣ ਲੱਗੇ, ਜੋ ਸਾਧ ਸੰਗਤ ਦੇ ਵਿੱਚ ਮਿਲ ਕੇ, ਜਿੱਥੇ ਬਹੁਤ ਸੰਗਤ ਇਕੱਠੀ ਹੋ ਕੇ ਭਜਨ ਕਰਦੀ ਹੋਵੇ, ਜਾਂ ਕੋਈ ਸਾਧੂ ਹੋਵੇ, ਨਾਮ ਜਪਣ ਵਾਲੀ ਰੂਹ ਹੋਵੇ ਕੋਈ, ਉਸ ਗੁਰਮੁਖ ਦਾ ਸੰਗ ਕਰਕੇ ਜਦੋਂ ਉਹਦੀ ਸੰਗਤ 'ਚ ਬੈਠ ਕੇ ਹਰੀ ਦਾ ਜਸ ਕਹੀਦਾ ਨਾ, ਵਾਹਿਗੁਰੂ ਦਾ ਸਿਮਰਨ ਕਰੀਦਾ, ਸਰਬ ਰੋਗ ਤੇ ਉਹ ਹਰਜਨ ਰਹਿਤ। ਫਿਰ ਉਹ ਹਰੀ ਦਾ ਜਨ ਦੁਨਿਆਵੀ ਸਾਰੇ ਰੋਗਾਂ ਤੋਂ ਮੁਕਤ ਹੋ ਜਾਂਦਾ। ਮਾਨਸਿਕ, ਸਰੀਰਕ, ਸਾਰੇ ਜਿੰਨੇ ਵੀ ਰੋਗ ਨੇ ਨਾ, ਉਹਨਾਂ ਸਾਰਿਆਂ ਰੋਗਾਂ ਤੋਂ ਮੁਕਤ ਹੋ ਜਾਂਦਾ, ਰਹਿਤ ਹੋ ਜਾਂਦਾ। ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮਨ ਦੇ ਰੋਗ ਨੇ ਨਾ। ਤੇ ਆ ਜਿਹੜੇ ਆਪਾਂ ਵੱਡੀਆਂ ਵੱਡੀਆਂ ਕੈਂਸਰ ਆਦਿਕ, ਸ਼ੂਗਰ, ਟੀਵੀ ਆਦਿਕ, ਇਹ ਤਾਂ ਸਰੀਰ ਦੇ ਰੋਗ ਨੇ। ਹਜੇ ਗੁਰਮੁਖੋ ਜਿਹੜੇ ਸਰੀਰਕ ਰੋਗ ਹੁੰਦੇ ਐ, ਉਹ ਤਾਂ ਸਰੀਰ ਦੇ ਨਸ਼ਟ ਹੋਣ ਤੇ ਨਸ਼ਟ ਹੋ ਜਾਂਦੇ। ਜਦੋਂ ਸਰੀਰ ਹੀ ਨਾ ਰਿਹਾ ਤੇ ਰੋਗ ਕੀ ਰਹਿਣਗੇ। ਪਰ ਜਿਹੜੇ ਮਾਨਸਿਕ ਰੋਗ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਤਾਂ ਬੰਦੇ ਦਾ ਜਨਮਾਂ ਜਨਮਾਂ ਤੱਕ ਖਹਿੜਾ ਨਹੀਂ ਛੱਡਦੇ, ਮਹਾਰਾਜ ਕਹਿੰਦੇ। ਪਰ ਮਹਾਰਾਜ ਦੀ ਕਿਰਪਾ, ਜਿਹੜਾ ਸਾਧ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਜਸ ਕਰਦਾ, ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ, ਉਹ ਸਾਰੇ ਰੋਗਾਂ ਤੋਂ ਰਹਿਤ ਹੋ ਜਾਂਦਾ। ਉਹ ਮਨ ਕਰਕੇ ਵੀ ਸਵਸਥ ਹੋ ਜਾਂਦਾ ਹੈ ਤੇ ਸਰੀਰ ਕਰਕੇ ਵੀ ਤੰਦਰੁਸਤ ਹੋ ਜਾਂਦਾ ਹੈ। ਉਹ ਮਾਨਸਿਕ, ਸਰੀਰਕ ਸਾਰੇ ਰੋਗਾਂ ਤੋਂ ਮੁਕਤ ਹੋ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ ਹਨ, ਅਨ ਦਿਨ ਕੀਰਤਨ ਕੇਵਲ ਵਖਿਆਨ। ਜਿਹੜਾ ਕੇਵਲ ਦਿਨ ਰਾਤ ਪਰਮਾਤਮਾ ਦਾ ਕੀਰਤਨ ਕਰਦਾ, ਕੀਰਤਨ ਮਤਲਬ ਪਰਮਾਤਮਾ ਦਾ ਜਸ ਕਰਦਾ, ਉਹਦੀ ਕੀਰਤੀ ਕਰਦਾ। ਉਹਨੂੰ ਕਰਨ ਦੇ ਅਨੇਕਾਂ ਤਰ੍ਹਾਂ ਦੇ ਸਾਧਨ ਨੇ। ਕੋਈ ਬੰਦਾ ਸਾਜ਼ਾਂ ਦੇ ਨਾਲ ਕੀਰਤਨ ਕਰ ਲੈਂਦਾ, ਗਾ ਕੇ ਕੀਰਤਨ ਕਰਦਾ। ਕੋਈ ਉੱਦਾਂ ਬੈਠ ਕੇ ਪਰਮਾਤਮਾ ਦਾ ਜਸ ਕਰ ਲੈਂਦਾ, ਕੀਰਤਨ ਕਰ ਲੈਂਦਾ। ਤੇ ਮਹਾਰਾਜ ਬਚਨ ਕਰਦੇ, ਅਨ ਦਿਨ ਕੀਰਤਨ ਕੇਵਲ ਵਖਿਆਨ। ਜਿਹੜਾ ਕੇਵਲ ਦਿਨ ਰਾਤ ਪਰਮਾਤਮਾ ਦਾ ਕੀਰਤਨ ਕਰਦਾ, ਉਹਦੀ ਕੀਰਤਨ ਭਗਤੀ ਕਰਦਾ ਹੈ, ਕਹਿੰਦੇ ਗ੍ਰਸਤ ਮਹਿ ਸੋਈ ਨਿਰਵਾਨ। ਉਹ ਭਾਵਾਂ ਗ੍ਰਸਤ ਵਿੱਚ ਵੀ ਰਵੇ, ਪਰਿਵਾਰ ਵਿੱਚ ਰਹਿੰਦਾ ਹੈ, ਪਰ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਪਰਿਵਾਰ ਤੋਂ ਉਹ ਨਿਰਲੇਪ ਹੋ ਜਾਂਦਾ। ਪਰਿਵਾਰ ਵਿੱਚ ਰਹਿੰਦਾ ਵੀ ਪਰਿਵਾਰ ਦੀ ਜਿਹੜੀ ਖੁਸ਼ੀ, ਗਮ ਹੈ, ਉਸ ਨੂੰ ਛੂਹ ਨਹੀਂ ਸਕਦਾ।
ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਪਰਿਵਾਰ ਦੀ ਮੋਹ ਮਮਤਾ ਉਹਦੇ ਤੇ ਅਸਰ ਨਹੀਂ ਪਾ ਸਕਦੀ। ਉਹ ਇਦਾਂ ਰਹਿੰਦਾ ਜਿਵੇਂ ਨਾ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਨਿਰਲੇਪ ਰਹਿੰਦਾ ਨਾ, ਰਹਿੰਦਾ ਚਿੱਕੜ 'ਚ ਹੀ ਹੈ, ਪਰ ਚਿੱਕੜ ਦਾ ਕਮਲ ਦੇ ਫੁੱਲ ਤੇ ਕੋਈ ਅਸਰ ਨਹੀਂ ਹੁੰਦਾ, ਉਹ ਲਹਿਦਾ ਹੁੰਦਾ ਉਹਦਾ। ਉਹ ਇਦਾਂ ਪਰਿਵਾਰ 'ਚ ਰਹਿੰਦਾ ਹੋਇਆ ਪਰਿਵਾਰ ਦੀ ਮੋਹ ਮਮਤਾ ਤੋਂ ਨਿਰਵਾਨ ਹੋ ਜਾਂਦਾ, ਨਿਰਲੇਪ ਹੋ ਜਾਂਦਾ। ਏਕ ਉਪਰ ਜਿਸ ਜਨ ਕੀ ਆਸਾ, ਮਹਾਰਾਜ ਕਹਿੰਦੇ ਹਨ ਜਿਸ ਦੀ ਕੇਵਲ ਇੱਕ ਪਰਮਾਤਮਾ ਦੇ ਉੱਪਰ ਆਸ ਹੋਵੇ, ਜਿਹਨੇ ਸਾਰੀਆਂ ਦੁਨਿਆਵੀ ਆਸਾਂ ਜਿਹੜੀਆਂ ਨੇ ਉਹ ਤਿਆਗ ਦਿੱਤੀਆਂ ਹੋਣ, ਕੇਵਲ ਇੱਕ ਪਰਮਾਤਮਾ ਦੇ ਉੱਪਰ ਜਿਹਦੀ ਆਸ ਹੋਵੇ, ਤਿਸ ਕੀ ਕੱਟੀ ਹੈ ਜਮ ਕੀ ਫਾਸਾ। ਮਹਾਰਾਜ ਕਹਿੰਦੇ ਉਸ ਦੀ ਉਹ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ, ਉਹ ਫਿਰ ਮਰ ਕੇ ਜਮਾਂ ਦੀ ਫਾਹੀ 'ਚ ਨਹੀਂ ਫਸਦਾ, ਉਹ ਜਮਦੂਤਾਂ ਦੀ ਫਾਹੀ ਤੋਂ ਮੁਕਤ ਹੋ ਜਾਂਦਾ। ਅੱਗੇ ਮਹਾਰਾਜ ਕਹਿੰਦੇ ਪਾਰ ਬ੍ਰਹਮ ਕੀ ਜਿਸ ਮਨ ਭੂਖ, ਜਿਸ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਦੀ ਭੁੱਖ ਹੋਵੇ, ਉਹਦੇ ਨਾਮ ਦੀ, ਉਹਦੇ ਜਸ ਕਰਨ ਦੀ ਭੁੱਖ। ਇਹ ਵੀ ਭੁੱਖ ਹੁੰਦੀ ਹੈ ਨਾ, ਜਿਵੇਂ ਬੰਦੇ ਨੂੰ ਭੋਜਨ ਦੀ ਭੁੱਖ ਲੱਗਦੀ, ਇੱਦਾਂ ਹੀ ਭਜਨ ਦੀ ਵੀ ਭੁੱਖ ਲੱਗਦੀ। ਜਿਵੇਂ ਬੰਦਾ ਆ ਭੋਜਨ ਤੋਂ, ਡਾਈਟ ਤੋਂ ਬਿਨਾਂ, ਖੁਰਾਕ ਤੋਂ ਬਿਨਾਂ ਨਹੀਂ ਨਾ ਰਹਿ ਸਕਦਾ, ਉਹ ਪਰਮਾਤਮਾ ਦੇ ਭਜਨ ਤੋਂ ਬਿਨਾਂ ਨਹੀਂ ਰਹਿ ਸਕਦਾ। ਭੁੱਖ ਲੱਗਦੀ ਹੈ ਪਰਮਾਤਮਾ ਦੇ ਭੋਜਨ ਦੀ, ਵਾਰ-ਵਾਰ ਸਿਮਰਨ ਕਰਦੇ ਹੋ, ਤ੍ਰਿਪਤੀ ਨਹੀਂ ਹੁੰਦੇ। ਕਹਿੰਦੇ ਪਾਰ ਬ੍ਰਹਮ ਕੀ ਜਿਸ ਮਨ ਭੂਖ, ਜਿਸ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਦੀ ਭੁੱਖ ਹੋਵੇ। ਇੱਕ ਗੱਲ ਹੋਰ ਸਮਝ ਲਿਓ, ਬੰਦੇ ਨੂੰ ਜਦੋਂ ਭੁੱਖ ਲੱਗੀ ਹੋਵੇ ਤੇ ਉਦੋਂ ਜਦੋਂ ਭੋਜਨ ਛਕਦਾ, ਫਿਰ ਤਾਂ ਕੱਚੀਆਂ ਰੁੱਖੀਆਂ ਰੋਟੀਆਂ ਵੀ ਬਦਾਮਾਂ ਵਰਗੀਆਂ ਲੱਗਦੀਆਂ, ਤੇ ਜੇ ਬੰਦਾ ਰੱਜਿਆ ਹੋਵੇ ਫਿਰ ਉਹਦੇ ਅੱਗੇ ਭਾਵੇਂ ਤੁਸੀਂ ਮਟਰ ਪਨੀਰ ਹੋਰ ਜਿੰਨਾ ਦੇ ਮਰਜ਼ੀ ਵਧੀਆ ਪਕਵਾਨ ਲਿਆ ਕੇ ਰੱਖ ਦੋ, ਉਹ ਵੀ ਨਹੀਂ ਚੰਗੇ ਲੱਗਣੇ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਜਦੋਂ ਬੰਦੇ ਦੇ ਅੰਦਰ ਸਿਮਰਨ ਦੀ ਭੁੱਖ ਹੋਵੇ, ਫਿਰ ਤਾਂ ਬੰਦਾ ਬੈਠ ਕੇ ਭਾਵੇਂ ਜਪਜੀ ਸਾਹਿਬ ਦਾ ਪਾਠ ਕਰ ਲਿਓ, ਉਹਦਾ ਵੀ ਰਸ ਆਊਗਾ, ਬੜਾ ਆਨੰਦ ਆਊਗਾ। ਹੋਰ ਜਿੰਨੀ ਮਰਜ਼ੀ ਬਾਣੀ ਪੜ੍ਹ ਲਿਓ, ਉਹਦਾ ਆਨੰਦ ਆਊਗਾ। ਤੇ ਜੇ ਮਨ ਵਿੱਚ ਭੁੱਖ ਨਹੀਂ ਹੈਗੀ, ਫਿਰ ਭਾਵੇਂ ਇਹਦੇ ਅੱਗੇ ਤੁਸੀਂ ਕਥਾ ਕਰੀ ਚੱਲੋ, ਭਾਵੇਂ ਇਹਨੂੰ ਕੀਰਤਨ ਸੁਣਾ ਦਿਓ, ਨਾ ਇਹਨੂੰ ਫਿਰ ਕੀਰਤਨੇ ਚੰਗਾ ਲੱਗਣਾ, ਨਾ ਕਥਾ ਚੰਗੀ ਲੱਗਣੀ, ਪਾਠ ਤਾਂ ਛੱਡੋ ਦੂਰ ਦੀ ਗੱਲ ਹੀ ਹੈ। ਮਹਾਰਾਜ ਇਸੇ ਤਰ੍ਹਾਂ ਭੁੱਖ ਹੋਣੀ ਚਾਹੀਦੀ ਹੈ। ਜਦੋਂ ਬੰਦੇ ਨੂੰ ਭੁੱਖ ਲੱਗਣ ਲੱਗ ਜਾਂਦੀ ਨਾ ਭਜਨ ਦੀ, ਜਦੋਂ ਅੰਦਰ ਮਨ ਮੰਗਦਾ ਭਜਨ ਨੂੰ, ਸਿਮਰਨ ਨੂੰ, ਕਹਿੰਦਾ ਵੀ ਹੁਣ ਮੈਨੂੰ ਸਿਮਰਨ ਕਰ, ਫਿਰ ਰਸ ਆਉਂਦਾ, ਫਿਰ ਆਨੰਦ ਆਉਂਦਾ। ਪਾਰ ਬ੍ਰਹਮ ਕੀ ਜਿਸ ਮਨ ਭੂਖ, ਜਿਸ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਰ ਦੇ ਸਿਮਰਨ ਦੀ ਭੁੱਖ ਹੈ, ਨਾਨਕ ਤਿਸਹਿ ਨਾ ਲਾਗੈ ਦੁੱਖ। ਕਹਿੰਦੇ ਉਹਨੂੰ ਫਿਰ ਮੁੜ ਕੇ ਕੋਈ ਦੁੱਖ ਨਹੀਂ ਲੱਗਦਾ, ਉਹਦੇ ਸਾਰੇ ਦੁੱਖ ਕੱਟੇ ਜਾਂਦੇ। ਹੁਣ ਇਹ ਸਮਝ ਲਓ, ਹੁਣ ਜੇ ਸਾਰੇ ਦੁੱਖਾਂ ਤੋਂ ਨਿਵਰਤੀ ਚਾਹੁੰਦੇ ਹੋ ਨਾ, ਵੀ ਸਾਡੇ ਦੁੱਖ ਕਲੇਸ਼ ਕੱਟੇ ਜਾਣ, ਤੇ ਫਿਰ ਅੰਦਰ ਭਜਨ ਦੀ ਭੁੱਖ ਚਾਹੀਦੀ ਹੈ, ਸਿਮਰਨ ਦੀ ਭੁੱਖ ਚਾਹੀਦੀ ਹੈ। ਅੱਗੇ ਮਹਾਰਾਜ ਕਹਿੰਦੇ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਕਹਿਣ ਲੱਗੇ ਜਿਸ ਨੂੰ ਹਰੀ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਮਨ ਵਿੱਚ ਚੇਤੇ ਆਉਂਦਾ, ਜੋ ਉਹਨੂੰ ਕਦੇ ਵੀ ਭੁਲਾਉਂਦਾ ਨਹੀਂ, ਮਨ ਵਿੱਚ ਹਰ ਵਕਤ ਯਾਦ ਰੱਖਦਾ, ਜਿਸ ਨੂੰ ਉਹ ਪ੍ਰਭੂ ਚੇਤੇ ਆਉਂਦਾ। ਮਹਾਰਾਜ ਕਹਿੰਦੇ ਸੋ ਸੰਤ ਸੁਹੇਲਾ, ਪਹਿਲਾਂ ਤਾਂ ਉਹ ਸੰਤ ਹੈ ਜਿਹਨੂੰ ਰੱਬ ਚੇਤੇ ਆਉਂਦਾ, ਤੇ ਫਿਰ ਉਹੀ ਸੁਖੀ ਹੈ। ਸੋ ਸੰਤ ਸੁਹੇਲਾ ਨਹੀਂ ਡੁਲਾਵੇ, ਉਹ ਕਦੇ ਫਿਰ ਡੋਲਦਾ ਨਹੀਂ, ਪਦਾਰਥਾਂ 'ਚ ਨਹੀਂ ਡੋਲਦਾ। ਉਹਦਾ ਮਨ ਕਿਸੇ ਦੇ ਵਧੀਆ ਘਰ ਨੂੰ, ਪਦਾਰਥਾਂ ਨੂੰ ਦੇਖ ਕੇ ਕਦੇ ਨਹੀਂ ਡੋਲੂਗਾ, ਕਿਸੇ ਦਾ ਰੂਪ ਨਹੀਂ ਦੇਖ ਕੇ ਉਹਦਾ ਮਨ ਡੋਲੂਗਾ, ਉਹਦਾ ਮਨ ਅਡੋਲ ਰਹੂਗਾ। ਜਿਸ ਪ੍ਰਭ ਆਪਣਾ ਕਿਰਪਾ ਕਰੇ, ਪਹਿਲਾਂ ਤਾਂ ਇੱਕ ਗੱਲ ਜਾਣ ਲਿਓ ਵੀ ਜੇ ਬੰਦੇ ਦਾ ਕੋਈ ਆਪਣਾ ਹੈਗਾ ਤਾਂ ਰੱਬ ਹੀ ਆ। ਰੱਬ ਨੂੰ ਛੱਡ ਕੇ ਬੰਦੇ ਦਾ ਹੋਰ ਕੋਈ ਆਪਣਾ ਨਹੀਂ। ਨਾ ਇਹਦਾ ਇੱਥੋਂ ਤੱਕ ਮਾਰੇ ਕਹਿੰਦੇ ਮਾਂ ਪਿਓ ਦੀ ਗੱਲ ਕਰਦੇ, ਪੁੱਤਰਾਂ ਧੀਆਂ ਦੀ ਗੱਲ ਕਰਦੇ, ਇੱਥੋਂ ਤੱਕ ਮਾਰੇ ਕਹਿੰਦੇ ਆ ਜਿਹੜਾ ਸਰੀਰ ਮਾਂ ਦੇ ਗਰਭ ਦੇ ਵਿੱਚੋਂ ਇਹਦੇ ਨਾਲ ਹੀ ਪੈਦਾ ਹੋਇਆ ਸੀ, ਇਹ ਸਰੀਰ ਵੀ ਇਹਦਾ ਆਪਣਾ ਨਹੀਂ ਹੈਗਾ। ਮਹਾਰਾਜ ਇਹ ਵੀ ਇੱਥੇ ਹੀ ਰਹਿ ਜਾਣਾ, ਇਹ ਵੀ ਖਾਕ ਦੀ ਢੇਰੀ ਬਣ ਕੇ ਖਤਮ ਹੋ ਜਾਣਾ, ਇਹਦਾ ਤਾਂ ਸਰੀਰ ਆਪਣਾ ਨਹੀਂ ਹੈ। ਤੇ ਫਿਰ ਜਿਹੜੇ ਸਰੀਰ ਕਰਕੇ ਜੁੜੇ ਹੋਏ ਰਿਸ਼ਤੇ ਨੇ, ਮਾਤਾ ਪਿਤਾ ਭੈਣ ਭਰਾ, ਉਹ ਆਪਣੇ ਕਿੱਥੋਂ ਹੋ ਗਏ। ਮਹਾਰਾਜ ਕਹਿੰਦੇ ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਮਹਾਰਾਜ ਕਹਿੰਦੇ ਧਨ ਦਾਰਾ ਇਸਤਰੀ ਸਾਰੀ ਆ ਜਿਹੜੀ ਸੰਪਤੀ ਆ, ਵਿਭੂਤੀ ਆ ਬੰਦੇ ਦੀ, ਇਹਨੂੰ ਵੀ ਆਪਣੀ ਕਰਕੇ ਨਾ ਜਾਣੀ। ਮਹਾਰਾਜ ਕਹਿੰਦੇ ਇਹਨਾਂ 'ਚ ਕੋਈ ਵੀ ਤੇਰਾ ਸਾਥੀ ਨਹੀਂ ਹੈਗਾ, ਸੰਗੀ ਨਹੀਂ ਹੈ। ਮਹਾਰਾਜ ਕਹਿੰਦੇ ਇਸ ਪ੍ਰਕਾਰ ਸਤਿਗੁਰੂ ਜੀ ਮਹਾਰਾਜ ਕਹਿੰਦੇ ਮਤਾਂ ਕੁਝ ਜਾਣੀ ਤੇਰਾ ਆਪਣਾ ਹੈ। ਕਹਿਣ ਲੱਗੇ ਸਤਿਗੁਰੂ ਜਿਸ ਪ੍ਰਭ ਆਪਣਾ ਕਿਰਪਾ ਕਰੇ, ਜੇ ਤੇਰਾ ਕੋਈ ਆਪਣਾ ਹੈ ਤੇ ਪ੍ਰਭੂ ਪਰਮਾਤਮਾ, ਜੇ ਤੂੰ ਉਹਨੂੰ ਆਪਣਾ ਬਣਾ ਲਿਆ ਬਸ ਉਹਦੇ 'ਚ ਹੀ ਭਲਾ।
ਜਿਹਦੇ ਉੱਤੇ ਆਪਣਾ ਪ੍ਰਭੂ ਕਿਰਪਾ ਕਰ ਦਿੰਦਾ ਹੈ, ਸੋ ਸੇਵਕ ਕਹੋ ਕਿਸ ਤੇ ਡਰੈ। ਕਹਿੰਦੇ ਉਹ ਸੇਵਕ ਰੱਬ ਦਾ ਪਿਆਰਾ, ਦੱਸੋ ਕਿਸ ਤੋਂ ਡਰੇ ਫਿਰ? ਉਹ ਫਿਰ ਕਿਸੇ ਤੋਂ ਨਹੀਂ ਡਰਦਾ, ਉਹਨੂੰ ਕੋਈ ਡਰ ਹੀ ਨਹੀਂ ਰਹਿ ਜਾਂਦਾ ਕੋਈ। ਉਹ ਇੱਥੋਂ ਤੱਕ ਮੌਤ ਤੋਂ ਵੀ ਨਹੀਂ ਡਰਦਾ, ਜਮਾਂ ਦਾ ਭੈ ਵੀ ਨਹੀਂ ਉਹਦੇ ਅੰਦਰ ਰਹਿ ਜਾਂਦਾ। ਜਿਹਨੂੰ ਵਾਹਿਗੁਰੂ ਇੱਕ ਵਾਰ ਆਪਣਾ ਬਣਾ ਲੈਂਦਾ ਨਾ ਜੀ, ਫਿਰ ਮਹਾਰਾਜ ਕਹਿਣ ਲੱਗੇ ਉਹਨੂੰ ਕਿਸੇ ਦਾ ਡਰ ਨਹੀਂ ਰਹਿ ਜਾਂਦਾ, ਜਿਹਦੇ ਤੇ ਕਿਰਪਾ ਕਰ ਦਿੰਦਾ ਵਾਹਿਗੁਰੂ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਜਿੱਦਾਂ ਦਾ ਵਾਹਿਗੁਰੂ ਦਾ ਸਰੂਪ ਹੈ, ਫਿਰ ਵਾਹਿਗੁਰੂ ਨੇ ਉਹਨੂੰ ਉਹੇ ਜਿਹੇ ਹੀ ਸਰੂਪ ਆਪਣਾ ਦਰਸ਼ਨ ਕਰਾ ਦਿੰਦਾ। ਫਿਰ ਉਹ ਵਾਹਿਗੁਰੂ ਨੂੰ ਜਿਹੋ ਜਿਹਾ ਉਹਦਾ ਆਪਣਾ ਅਸਲੀ ਸਰੂਪ ਹੈ ਉੱਦਾਂ ਦਾ ਦਰਸ਼ਨ ਕਰਾ ਦਿੰਦਾ ਫਿਰ ਉਹਨੂੰ। ਜੈਸਾ ਸਾ, ਜਿਸ ਤਰ੍ਹਾਂ ਦਾ ਸੀ ਪ੍ਰਮਾਤਮਾ ਦਾ ਸਰੂਪ, ਜੈਸਾ ਉਸ ਪ੍ਰਮਾਤਮਾ ਦਾ ਸਰੂਪ ਹੈ, ਉਹੇ ਜਿਹਾ ਹੀ ਉਹਦੀ ਨਜ਼ਰ ਦੇ ਵਿੱਚ ਆ ਜਾਂਦਾ। ਉਹਨੂੰ ਉਹੇ ਜਿਹਾ ਹੀ ਵਾਹਿਗੁਰੂ ਸਾਰੇ ਪਾਸੇ ਦਿਸਿਆ ਹੁੰਦਾ। ਆਪਣੇ ਕਾਰਜ ਮੈਂ ਆਪ ਸਮਾਇਆ, ਫਿਰ ਉਹਦਾ ਆ ਜਿਹੜਾ ਸਾਰਾ ਸੰਸਾਰ ਉਹਦਾ ਕੀਤਾ ਹੋਇਆ ਕਾਰਜ ਹੀ ਹੈ ਨਾ, ਫਿਰ ਉਹ ਇਹ ਸਾਰੇ ਸੰਸਾਰ ਦੇ ਵਿੱਚ ਉਹਨੂੰ ਸਮਾਇਆ ਹੋਇਆ ਦਿਸਣ ਲੱਗ ਪੈਂਦਾ। ਜਿਵੇਂ ਲੱਕੜਾਂ 'ਚ ਅੱਗ ਹੁੰਦੀ ਹੈ ਨਾ, ਦਿਸਦੀ ਨਹੀਂ। ਦੁੱਧ ਦੇ ਵਿੱਚ ਘਿਓ ਹੁੰਦਾ, ਦਿਸਦਾ ਨਹੀਂ ਹੈ। ਇੱਦਾਂ ਪਰਮਾਤਮਾ ਸਾਰਿਆਂ 'ਚ ਹੀ ਵਿਆਪਕ ਹੋਇਆ, ਪਰ ਸਾਨੂੰ ਦਿਸਦਾ ਨਹੀਂ। ਜਿਵੇਂ ਦੁੱਧ 'ਚ ਘਿਓ ਨਹੀਂ ਦਿਸਦਾ, ਲੱਕੜਾਂ 'ਚੋਂ ਅੱਗ ਨਹੀਂ ਦਿਸਦੀ, ਪਰ ਹੈਗੀ ਹੈ। ਇਸ ਤਰ੍ਹਾਂ ਉਸ ਵਾਹਿਗੁਰੂ ਦਾ ਸਰੂਪ ਹੈ। ਪਰ ਜਿਨ੍ਹਾਂ ਦੇ ਉੱਤੇ ਕਿਰਪਾ ਕਰ ਦਿੰਦਾ ਵਾਹਿਗੁਰੂ, ਉਹਨਾਂ ਨੂੰ ਉਹੇ ਜਿਹਾ ਹੀ ਸਰੂਪ ਉਹਨਾਂ ਦੀ ਨਜ਼ਰ 'ਚ ਆ ਜਾਂਦਾ। ਆਪਣੇ ਕਾਰਜ ਮੈਂ ਆਪ ਸਮਾਇਆ, ਉਹ ਆਪਣੇ ਇਸ ਸੰਸਾਰ ਰੂਪੀ ਕਾਰਜ ਦੇ ਵਿੱਚ ਇਹਨੂੰ ਪੈਦਾ ਕਰਕੇ ਆਪ ਹੀ ਇਹਦੇ ਵਿੱਚ ਸਮਾਇਆ ਹੋਇਆ। ਉਹ ਉਹਨਾਂ ਨੂੰ ਸਮਾਇਆ ਹੋਇਆ ਦਿਸ ਆਉਂਦਾ ਫਿਰ ਸਾਰਿਆਂ ਵਿੱਚ। ਸੋਧਤ 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 ਸੀਜਿਆ, ਜਿਹਨੇ ਸੋਧਿਆ ਵੇਦਾਂ ਨੂੰ, ਸੋਧਿਆ ਸ਼ਾਸਤਰਾਂ ਨੂੰ, ਸੋਧਿਆ ਸਿਮਰਤੀਆਂ ਨੂੰ, ਉਹਨੇ ਇਸ ਗੱਲ ਨੂੰ ਵਿਚਾਰ ਲਿਆ ਤੇ ਉਹਨੂੰ ਵਿਚਾਰ ਕੇ ਉਹ ਸੀਜਿਆ ਕਲਿਆਣ ਦੇ ਸਹਿਤ ਹੋ ਗਿਆ, ਮੁਕਤ ਹੋ ਗਿਆ। ਜਿਵੇਂ ਆਪਾਂ ਪੜ੍ਹਦੇ ਆ ਨਾ ਜੀ, ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ। ਜਿਨ੍ਹਾਂ ਨੇ ਵੇਦਾਂ ਨੂੰ ਵੀ ਸੋਧਿਆ ਵਿਚਾਰਿਆ, ਫਿਰ ਸ਼ਾਸਤਰਾਂ ਨੂੰ ਸੋਧਿਆ ਵਿਚਾਰਿਆ, ਫਿਰ ਸਿਮਰਤੀਆਂ ਨੂੰ ਜਿਹਨੇ ਸੋਧਿਆ ਵਿਚਾਰਿਆ ਹੈ, ਉਹਨੇ ਸੋਧ ਕੇ ਇਹਨਾਂ ਨੂੰ ਇੱਕੋ ਗੱਲ ਸਮਝ ਲਈ ਹੈ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਬਾਕੀ ਸਾਰੀਆਂ ਗੱਲਾਂ ਹੋਛੀਆਂ ਹੀ ਨੇ, ਕੂੜੀਆਂ ਝੂਠੀਆਂ ਨੇ, ਕਿਸੇ ਕੰਮ ਦੀਆਂ ਨਹੀਂ। ਉਹਨੇ ਫਿਰ ਨਾਮ ਜਪ ਲਿਆ ਤੇ ਉਹਦੀ ਕਲਿਆਣ ਹੋ ਗਈ, ਉਹ ਸੀਜਿਆ, ਮੁਕਤ ਹੋ ਗਿਆ। ਗੁਰ ਪ੍ਰਸਾਦ ਤਤ ਸਭ ਬੁੱਝਿਆ, ਉਹਨੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸਾਰੇ ਪਾਸੇ ਤਤ ਸਰੂਪ ਵਾਹਿਗੁਰੂ ਨੂੰ ਬੁੱਝ ਲਿਆ, ਜਾਣ ਲਿਆ, ਸਿਆਣ ਲਿਆ ਹੈ। ਜਬ ਦੇਖੋ ਤਬ ਸਭ ਕਿਛ ਮੂਲ, ਉਹ ਜਦੋਂ ਵੀ ਫਿਰ ਦੇਖਦਾ ਨਾ, ਤਬ ਸਭ ਕਿਛ ਮੂਲ, ਤਦੋਂ ਸਾਰਿਆਂ ਦੇ ਵਿੱਚ ਮੂਲ ਰੂਪ ਜਿਹੜਾ ਵਾਹਿਗੁਰੂ ਹੈ, ਸਾਰਿਆਂ ਦਾ ਮੂਲ ਮੁੱਢ ਰੂਪ ਉਹੀ ਉਹ ਦੇਖਦਾ। ਫਿਰ ਨਾਨਕ ਸੋ ਸੂਖਮ ਸੋਈ ਅਸਥੂਲ, ਉਹੀ ਵਾਹਿਗੁਰੂ ਸੂਖਮ ਰੂਪ ਹੈ, ਨਿਰਗੁਣ ਸਰੂਪ, ਉਹੀ ਅਸਥੂਲ ਵਿਰਾਟ ਰੂਪ ਹੈ, ਉਹੀ ਅਸੂਖਮ ਅਸਥੂਲ ਉਹੀ ਹੈ, ਸਭ ਕੁਝ ਆਪ ਹੀ ਵਾਹਿਗੁਰੂ। ਉਹਨਾਂ ਨੂੰ ਇਹ ਸੋਝੀ ਆ ਗਈ, ਗਿਆਨ ਆ ਗਈ। ਇਸ ਪ੍ਰਕਾਰ ਸਤਿਗੁਰੂ ਦੀ ਕਿਰਪਾ ਹੋਈ ਹੈ। ਵਿਚਾਰ ਆਈਏ, ਵਿਚਾਰ ਕਰਦਿਆਂ ਹੋਈਆਂ ਬੇਅੰਤ ਗਲਤੀਆਂ ਦੀ ਮਾਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।